है वे खुद चित उदास रह कछ भूत भयू परछावों प्रेतों। ਹੁਣ ਉਹਨਾਂ ਸਮਿਆਂ ਦੇ ਵਿੱਚ ਨਹੀਂ, ਅੱਜ ਵੀ ਸਾਡੇ ਸਮਾਜ ਦੇ ਅੰਦਰ ਅਗਿਆਨਤਾ ਤੇ ਅਨਪੜ੍ਹਤਾ ਦੇ ਕਾਰਨ ਕੁਝ ਵਹਿਮ ਭਰਮ ਜਿਹੜੇ ਨੇ ਅੱਜ ਵੀ ਫੈਲੇ ਹੋਏ ਨੇ। ਕੁਝ ਕੁ ਸਮਾਜਿਕ ਲੋਕਾਂ ਵੱਲੋਂ ਫੈਲਾਏ ਗਏ ਤੇ ਕੁਝ ਕੁ ਪਖੰਡੀ ਧਰਮੀ ਲੋਕਾਂ ਵੱਲੋਂ ਫੈਲਾਏ ਗਏ। ਹੁਣ ਉਹ ਵਹਿਮ ਭਰਮ ਕੀ ਸਨ कि ਜਾਂ तो कोई भूत है या कोई प्रेत है या कोई साया है। ਇਹੋ ਜਿਹੀ ਸਾਡੇ ਸਮਾਜ ਦੇ ਵਿੱਚ ਅਗਿਆਨਤਾ ਦੇ ਕਾਰਨ ਵਹਿਮ ਤੇ ਭਰਮ ਫੈਲਾਏ ਜਾਂਦੇ ਨੇ। ਜਦੋਂ ਸ਼੍ਰੀ ਨਾਨਕ ਜੀ ਬੋਲਦੇ ਨਹੀਂ, ਚੁੱਪ ਰਹਿੰਦੇ ਨੇ, ਮੌਨ ਰਹਿੰਦੇ ਨੇ, ਅੰਤਰ ਧਿਆਨ ਰਹਿੰਦੇ ਨੇ, ਤੇ ਲੋਕਾਂ ਨੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਵੀ ਸ਼ਾਇਦ ਕੋਈ ਭੂਤ, ਕੋਈ ਪ੍ਰੇਤ, ਕੋਈ ਸਾਇਆ ਨਾ ਹੋਵੇ ਕਿ ਜਿਹੜਾ ਇਹਨਾਂ ਨੂੰ ਇਸ ਤਰੀਕੇ ਨਾਲ ਬੋਲਣ ਨਹੀਂ ਦਿੰਦਾ, ਹੱਸਣ ਖੇਡਣ ਨਹੀਂ ਦਿੰਦਾ। ਹੁਣ ਉਸ ਸਮੇਂ ਸਮਾਜ ਦਾ ਢਾਂਚਾ ਹੀ ਕੁਝ ਇਸ ਤਰ੍ਹਾਂ ਦਾ ਸੀ, ਲੋਕਾਂ ਦੇ ਵਿੱਚ ਇਹੋ ਜਿਹੀ ਮਾਨਸਿਕਤਾ ਸੀ। ਹਾਲਾਂਕਿ ਅੱਜ ਪੜ੍ਹੇ ਲਿਖੇ ਵਰਗ ਦੇ ਲੋਕ ਵੀ ਇਹਨਾਂ ਚੀਜ਼ਾਂ ਨੂੰ ਬਹੁਤ ਮੰਨਦੇ ਨੇ। ਹੁਣ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਨਾਨਕ ਜੀ ਵਿੱਚ ਭੂਤ ਪ੍ਰੇਤ ਦਾ ਗੁੱਸਾਇਆ ਆ ਗਿਆ ਹੈ। ਹੁਣ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚੁੱਪ ਹੋਣ ਦਾ ਕਾਰਨ ਕੀ ਸੀ, ਉਹ ਤੇ ਸਤਿਗੁਰੂ ਜਾਣਦੇ ਸਨ। ਪਰ ਲੋਕਾਂ ਦੇ ਅੰਦਰ ਜਿੰਨੇ ਲੋਕ, ਓਨੀ ਲੋਕਾਂ ਦੀ ਵਿਚਾਰ, ਓਨੀ ਸੋਚ, ਓਨੀਆਂ ਸਲਾਹਾਂ। ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਕੁਝ ਸਮਾਂ ਨਾ ਬੋਲੇ ਤੇ ਲੋਕਾਂ ਦੇ ਅੰਦਰ ਇਹ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਵੀ ਕੋਈ ਸਾਇਆ, ਕੋਈ ਭੂਤ, ਕੋਈ ਪ੍ਰੇਤ ਜਿਹੜਾ ਆ ਗਿਆ। ਹਾਲਾਂਕਿ ਇਹ ਚੀਜ਼ਾਂ ਭਰਮ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਭਰਮ ਦਾ ਇੱਕ ਆਪਣਾ ਪਰਿਵਾਰ ਹੈ। ਜਿਹੜਾ ਭਰਮ ਹੈ ਉਹਦੇ ਅੱਗੇ ਦੋ ਪੁੱਤਰ ਨੇ, ਇੱਕ ਧੋਖਾ ਤੇ ਦੂਜਾ ਡਰ। ਇੱਕ ਉਹਦੀ ਧੀ ਹੈ ਭਟਕਣਾ। ਭਰਮ ਦੇ ਵਿੱਚੋਂ ਇਹ ਤਿੰਨ ਚੀਜ਼ਾਂ ਜਨਮ ਲੈਂਦੀਆਂ ਨੇ। ਸਭ ਤੋਂ ਪਹਿਲਾ ਧੋਖਾ। ਸੰਸਾਰ ਦੇ ਅੰਦਰ ਮਨੁੱਖ ਜਦੋਂ ਧੋਖਾ ਖਾਂਦਾ ਹੈ ਨਾ, ਧੋਖਾ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੁੰਦਾ ਹੈ, ਤੇ ਪਛਤਾਵੇ ਤੋਂ ਬਾਅਦ ਉਹ ਸਮਝਦਾ ਹੈ ਵੀ ਇਹ ਧੋਖਾ ਮੇਰੇ ਭਰਮ ਦੇ ਕਾਰਨ ਹੋਇਆ ਹੈ, ਕਿਉਂਕਿ ਇਹ ਸੱਚ ਨਹੀਂ ਸੀ। ਕਈ ਵਾਰੀ ਅੱਖਾਂ ਦੇ ਆਖੇ ਲੱਗ ਕੇ ਆਪਾਂ ਉਹਨੂੰ ਭਰਮ ਨੂੰ ਸੱਚ ਮੰਨ ਲੈਂਦੇ ਹਾਂ। ਸੱਚ ਹੁੰਦਾ ਨਹੀਂ, ਅੱਖਾਂ ਦਾ ਭੁਲੇਖਾ ਹੁੰਦਾ ਹੈ, ਭਰਮ ਹੁੰਦਾ ਹੈ। ਤੇ ਉਸ ਭਰਮ ਨੂੰ ਸੱਚ ਮੰਨ ਕੇ ਜਦੋਂ ਉਸ ਰਾਹ 'ਤੇ ਤੁਰ ਪੈਂਦੇ ਹਾਂ ਤੇ ਸਾਨੂੰ ਜਦੋਂ ਧੋਖਾ ਮਿਲਦਾ ਹੈ ਤੇ ਧੋਖੇ ਤੋਂ ਬਾਅਦ ਪਛਤਾਵਾ ਹੁੰਦਾ ਹੈ, ਫਿਰ ਆਪਾਂ ਕਹਿੰਦੇ ਹਾਂ ਵੀ ਇਹ ਅਸਲ ਵਿੱਚ ਮੇਰੇ ਨਾਲ ਧੋਖਾ ਹੋਇਆ ਹੈ, ਕਿਉਂ ਮੇਰੀਆਂ ਅੱਖਾਂ ਦਾ ਭਰਮ ਸੀ, ਭੁਲੇਖਾ ਸੀ। ਦੂਸਰਾ ਹੈ ਡਰ। ਡਰ ਵੀ ਜਿਹੜਾ ਹੈ ਉਹ ਭਰਮ ਵਿੱਚੋਂ ਪੈਦਾ ਹੁੰਦਾ ਹੈ। ਐਗਜ਼ਾਮਪਲ ਆਪਾਂ ਲੈ ਲਈਏ, ਅਗਰ ਘਰ ਦੇ ਵਿੱਚ ਮਨੁੱਖ ਜਾਵੇ ਤੇ ਰਾਹ ਵਿੱਚ ਰੱਸੀ ਪਈ ਹੋਵੇ, ਪਰ ਹੋਵੇ ਹਨੇਰਾ, ਤੇ ਬੰਦਾ ਸਾਰੀ ਰਾਤ ਘਰ ਦੇ ਅੰਦਰ ਨਹੀਂ ਜਾਵੇਗਾ। ਕਿਉਂ? ਉਹ ਰੱਸੀ ਐਂ ਲੱਗੇਗੀ ਸੱਪ ਪਿਆ ਹੋਇਆ ਹੈ। ਹੁਣ ਵੇਖੋ, ਹਨੇਰੇ ਕਾਰਨ ਭਰਮ ਪੈਦਾ ਹੋਇਆ ਕਿ ਵੀ ਇਹ ਰੱਸੀ ਸੱਪ ਹੈ। ਸਾਰੀ ਰਾਤ ਬੰਦਾ ਅੰਦਰ ਨਹੀਂ ਗਿਆ, ਬਾਹਰ ਖੜਾ ਰਿਹਾ। ਜਿਵੇਂ ਹੀ ਦਿਨ ਚੜ੍ਹਿਆ, ਰੌਸ਼ਨੀ ਹੋਈ ਤੇ ਪਤਾ ਲੱਗਿਆ ਵੀ ਸਾਰੀ ਰਾਤ ਮੈਂ ਐਵੇਂ ਬਾਹਰ ਖੜਾ ਰਿਹਾ, ਕਿਉਂਕਿ ਇਹ ਤੇ ਮੇਰਾ ਭਰਮ ਸੀ। ਹੁਣ ਉਹ ਭਰਮ ਨੇ ਡਰ ਪੈਦਾ ਕਰ ਦਿੱਤਾ। ਰੱਸੀ ਨੂੰ ਸੱਪ ਸਮਝਦਾ ਰਿਹਾ ਤੇ ਸਾਰੀ ਰਾਤ ਬਾਹਰ ਖਲੋਤਾ ਰਿਹਾ। ਭਰਮ ਤੋਂ ਡਰ ਪੈਦਾ ਹੋਇਆ, ਪਰ ਜਦੋਂ ਉਹ ਹਨੇਰਾ ਦੂਰ ਹੋਇਆ ਤੇ ਪਤਾ ਲੱਗਿਆ ਵੀ ਉਹ ਡਰ ਭਰਮ ਦੇ ਕਾਰਨ ਸੀ। ਤੀਸਰੀ ਗੱਲ ਜਿਹੜੀ ਹੈ ਭਟਕਣਾ। ਭਟਕਣਾ ਵੀ ਜਿਹੜੀ ਹੈ ਉਹ ਅਸਲ ਦੇ ਵਿੱਚ ਜਦੋਂ ਬੰਦਾ ਸੱਚ ਤੋਂ ਅਣਜਾਣ ਹੋ ਕੇ ਤੁਰਦਾ ਹੈ ਤੇ ਅਣਜਾਣ ਰਾਹ ਦੇ ਉੱਤੇ ਤੁਰਿਆ ਜਾਂਦਾ ਹੈ, ਪਰ ਇਹਨੂੰ ਇਹ ਨਹੀਂ ਪਤਾ ਵੀ ਜਿਸ ਰਸਤੇ 'ਤੇ ਤੁਰ ਰਿਹਾ ਵਾਂ ਵਾਕਿਆ ਇਹ ਸਹੀ ਹੈ ਕਿ ਨਹੀਂ। ਪਰ ਇੱਕ ਭਰਮ ਜਿਹਾ ਪਿਆ ਰਹਿੰਦਾ ਵੀ ਨਹੀਂ, ਮੈਂ ਸਹੀ ਜਾ ਰਿਹਾ, ਮੈਂ ਠੀਕ ਜਾ ਰਿਹਾ, ਵੀ ਜੋ ਮੈਂ ਕਰ ਰਿਹਾ ਵਾਂ ਸਹੀ ਕਰ ਰਿਹਾ। ਪਰ ਜਦੋਂ ਵਾਕਿਆ ਹਕੀਕਤ ਦੇ ਵਿੱਚ
ਇਹਨੂੰ ਗਿਆਨ ਹੁੰਦਾ ਹੈ ਵੀ ਅੱਜ ਤੱਕ ਜੋ ਮੈਂ ਕਰਦਾ ਰਿਹਾ। ਮੰਨ ਲਓ ਇੱਕ ਬੰਦਾ ਪੈਸਾ ਕਮਾਉਂਦਾ ਹੈ ਸਾਰੀ ਜ਼ਿੰਦਗੀ, ਕਾਹਦੇ ਵਾਸਤੇ? ਵੀ ਮੈਂ ਸੁਖੀ ਹੋਵਾਂਗਾ। ਪਰ ਜਦੋਂ ਬਹੁਤ ਸਾਰਾ ਪੈਸਾ ਕਮਾ ਲਿਆ, ਇਕੱਠਾ ਕਰ ਲਿਆ, ਪਰ ਸੁੱਖ ਤੇ ਨਹੀਂ ਮਿਲਿਆ, ਤਾਂ ਉਦੋਂ ਭਰਮ ਟੁੱਟ ਗਿਆ। ਉਹ ਭਰਮ ਅੰਦਰੋਂ ਟੁੱਟ ਗਿਆ, ਭੁਲੇਖਾ ਨਿਕਲ ਗਿਆ ਵੀ ਇਹ ਤਾਂ ਐਵੇਂ ਭੁਲੇਖਾ ਹੀ ਸੀ ਵੀ ਸਾਰੀ ਜ਼ਿੰਦਗੀ ਮੈਂ ਸੋਚਦਾ ਰਿਹਾ ਬਹੁਤ ਸਾਰਾ ਧਨ ਇਕੱਠਾ ਕਰਨ ਤੋਂ ਬਾਅਦ ਬੰਦਾ ਸੁਖੀ ਹੁੰਦਾ ਹੈ। ਪਰ ਬਹੁਤ ਸਾਰਾ ਧਨ ਹੈ ਪਰ ਭੁੱਖ ਨਹੀਂ, ਪਦਾਰਥ ਹੈ ਪਰ ਅੰਦਰ ਭੁੱਖ ਨਹੀਂ, ਸਾਹਮਣੇ ਖਾਣ ਵਾਲੇ ਪਦਾਰਥ ਪਏ ਨੇ, ਖਾ ਨਹੀਂ ਸਕਦਾ, ਭੁੱਖ ਨਹੀਂ ਲੱਗਦੀ। ਮਹਿੰਗੇ ਮਹਿੰਗੇ ਘਰ ਨੇ, ਸੌਣ ਨੂੰ ਮਹਿੰਗੇ ਬੈੱਡ ਨੇ, ਪਰ ਨੀਂਦ ਨਹੀਂ ਆਉਂਦੀ। ਕੀ ਕਰੇਗਾ ਫਿਰ? ਇਹ ਤਾਂ ਸੋਚਦਾ ਸੀ ਵੀ ਸੁੱਖ ਦੀ ਨੀਂਦ ਸੌਵਾਂਗਾ, ਚੰਗੀਆਂ ਚੰਗੀਆਂ ਚੀਜ਼ਾਂ ਖਾਵਾਂਗਾ, ਮਹਿੰਗੇ ਮਹਿੰਗੇ ਕੱਪੜੇ ਪਾਵਾਂਗਾ, ਮਹਿੰਗੀਆਂ ਗੱਡੀਆਂ ਕਾਰਾਂ ਵਿੱਚ ਘੁੰਮਾਂਗਾ, ਮਹਿੰਗੇ ਘਰ ਵਿੱਚ ਰਹਾਂਗਾ, ਸੁਖੀ ਹੋਵਾਂਗਾ। ਪਰ ਮਹਾਰਾਜ ਨੇ ਭੁਲੇਖਾ ਦੂਰ ਕਰ ਦਿੱਤਾ। ਵੱਡੇ ਵੱਡੇ ਜੋ ਦੀਸੈ ਲੋਕ, ਜੋ ਤੈਨੂੰ ਬਹੁਤ ਵੱਡਿਆਂ ਨੂੰ ਵੇਖ ਕੇ ਤੂੰ ਜਿਉਣਾ ਚਾਹੁੰਦਾ ਹੈ ਨਾ ਆਪਣੇ ਆਪ, ਅੱਜ ਸਾਡੀ ਮਾਨਸਿਕਤਾ ਇਸ ਭਰਮ ਜਾਲ ਵਿੱਚ ਹੈ। ਅਸੀਂ ਫਸੇ ਹੋਏ ਹਾਂ ਕਿ ਅਸੀਂ ਬਹੁਤ ਅਮੀਰ ਲੋਕਾਂ ਨੂੰ ਲਗਜ਼ਰੀ ਲਾਈਫ ਜਿਉਣ ਦੀ ਸੋਚਦੇ ਹਾਂ, ਪਰ ਸੱਚ ਜਾਣਿਓ ਜਦੋਂ ਉਹਨਾਂ ਦੇ ਜੀਵਨ ਨੂੰ ਨੇੜੇ ਹੋ ਕੇ ਵੇਖੋਗੇ ਤੇ ਮਹਾਰਾਜ ਆਖਦੇ ਨੇ ਵੱਡੇ ਵੱਡੇ ਜੋ ਦੀਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਅੱਤ ਦੇ ਰੋਗ ਲੱਗੇ ਹੋਏ ਨੇ। ਉਹਨਾਂ ਨੂੰ ਦੋ ਰੋਗ ਤਾਂ ਲੱਗੇ ਹੋਏ ਨੇ, ਇੱਕ ਰੋਗ ਤਾਂ ਇਹ ਲੱਗਾ ਹੈ ਉਹਨਾਂ ਨੂੰ ਵੀ ਆਹ ਜਿਹੜਾ ਸਾਰਾ ਇਕੱਠਾ ਕੀਤਾ ਹੈ ਨਾ, ਇਹ ਕਿਤੇ ਚਲਾ ਨਾ ਜਾਵੇ, ਇਹ ਕਿਤੇ ਚਲਾ ਨਾ ਜਾਵੇ। ਜੇ ਚਲਾ ਗਿਆ ਤੇ ਫਿਰ ਕੀ ਕਰਾਂਗੇ? ਤੇ ਦੂਸਰਾ ਇੱਕ ਚਿੰਤਾ ਇਹ ਵੀ ਇਹਨੂੰ ਸੰਭਾਲ ਕੇ ਵੀ ਰੱਖਣਾ ਹੈ, ਇਹਨੂੰ ਸੰਭਾਲ ਕੇ ਵੀ ਰੱਖਣਾ ਪਵੇਗਾ, ਉਹਦੀ ਨਿਗਰਾਨੀ, ਉਹਦੀ ਸਿਕਿਉਰਿਟੀ ਵੀ ਚਾਹੀਦੀ। ਤਾਂ ਇਹ ਦੋ ਤਾਂ ਰੋਗ ਲੱਗ ਹੀ ਗਏ ਨਾ, ਇੱਕ ਇਸ ਚੀਜ਼ ਦੇ ਜਾਣ ਦਾ ਤੇ ਦੂਜਾ ਇਹਨੂੰ ਸੰਭਾਲ ਕੇ ਰੱਖਣ ਦਾ। ਤਾਂ ਮੇਰੇ ਮਹਾਰਾਜ ਆਖਦੇ ਨੇ ਵੀ ਭਰਮ ਵਿੱਚੋਂ ਭਟਕਣਾ ਪੈਦਾ ਹੋਈ, ਭਟਕਣਾ ਦੇ ਕਾਰਨ ਭੁਲੇਖੇ ਪੈਦਾ ਹੋ ਗਏ। ਪਰ ਇਹ ਸਾਰਾ ਹੋਇਆ ਅਗਿਆਨਤਾ ਦੇ ਕਾਰਨ। ਜਦੋਂ ਮਨੁੱਖ ਨੂੰ ਗਿਆਨ ਹਾਸਲ ਹੋ ਜਾਂਦਾ ਹੈ ਫਿਰ ਉਹਦੇ ਅੰਦਰੋਂ ਭਰਮ ਜਿਹੜੇ ਨੇ, ਭੁਲੇਖੇ ਜਿਹੜੇ ਨੇ ਖਤਮ ਹੋ ਜਾਂਦੇ ਨੇ। ਬਾਬਾ ਰਵਿਦਾਸ ਸਾਹਿਬ ਨੇ ਇੱਕ ਬਚਨ ਉਚਾਰਨ ਕੀਤਾ, ਉਹ ਆਖਦੇ ਨੇ ਮਾਧਵੇ ਕਿਆ ਕਹੀਏ ਭ੍ਰਮ ਕੈਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਵੀ ਭਰਮ ਕਿਹੋ ਜਿਹਾ ਹੁੰਦਾ ਹੈ? ਕਹਿ ਲਗੇ ਜਿਹੋ ਜਿਹਾ ਅਸੀਂ ਮੰਨਦੇ ਹਾਂ ਉਹੋ ਜਿਹਾ ਨਹੀਂ ਹੁੰਦਾ। ਜਿਹੋ ਜਿਹਾ ਅੱਜ ਤੱਕ ਅਸੀਂ ਮੰਨਦੇ ਆਏ ਹਾਂ ਉਹੋ ਜਿਹਾ ਨਹੀਂ ਹੁੰਦਾ ਕਿ ਬੰਦਾ ਤੁਰਦਾ ਜਾਵੇ ਤੇ ਆਖੇ ਵੀ ਮੇਰੇ ਮਗਰ ਕੋਈ ਚੀਜ਼ ਤੁਰੀ ਆਉਂਦੀ ਹੈ। ਭਰਮ ਪੈਦਾ ਹੋ ਜਾਂਦਾ। ਆਮ ਤੌਰ 'ਤੇ ਪਹਿਲੇ ਸਮਿਆਂ ਵਿੱਚ ਲਾਈਟਾਂ ਨਹੀਂ ਸਨ ਹੁੰਦੀਆਂ ਤੇ ਲੋਕ ਸੜਕਾਂ 'ਤੇ ਨਹੀਂ ਸਨ ਤੁਰਦੇ, ਰਾਤ ਨੂੰ ਸਫ਼ਰ ਨਹੀਂ ਸਨ ਕਰਦੇ ਹੁੰਦੇ, ਘਰਾਂ ਵਿੱਚ ਇਕੱਲੇ ਨਹੀਂ ਸਨ ਸੌਂ ਸਕਦੇ, ਬੱਚੇ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ, ਕਿਉਂ? ਅੰਦਰ ਡਰ ਹੈ। ਔਰ ਉਹ ਜਿਹੜਾ ਡਰ ਪੈਦਾ ਕੀਤਾ, ਭਰਮ ਪੈਦਾ ਕੀਤਾ, ਕਿਤੇ ਨਾ ਕਿਤੇ ਸਮਾਜ ਦੇ ਵਿੱਚ ਧਰਮੀ ਲੋਕਾਂ ਨੇ ਵੀ ਪੈਦਾ ਕੀਤਾ ਵੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮਰਨ ਤੋਂ ਬਾਅਦ ਇਸ ਦੁਨੀਆ ਦੇ ਵਿੱਚ ਰਹਿੰਦੀਆਂ ਨੇ। ਜਦੋਂ ਆਪਾਂ ਗੁਰਮਤਿ ਦੀ ਰੌਸ਼ਨੀ ਵਿੱਚ ਵੇਖਾਂਗੇ ਤੇ ਗੁਰਬਾਣੀ ਨੇ ਸਾਨੂੰ ਬੜੀ ਪਿਆਰੀ ਸੇਧ ਦਿੱਤੀ ਹੈ। ਮਹਾਰਾਜ ਆਖਦੇ ਨੇ ਤੂੰ ਮਰਨ ਤੋਂ ਬਾਅਦ ਦੀ ਗੱਲ ਕਰਦਾ ਹੈ, ਮੈਂ ਤੈਨੂੰ ਜਿਉਂਦੇ ਜੀ ਕਹਿਣਾ ਵੀ ਤੂੰ ਜਿਉਂਦਾ ਤੁਰਿਆ ਫਿਰਦਾ ਭੂਤ ਹੈ, ਤੇ ਮਰਨ ਤੋਂ ਬਾਅਦ ਦੀਆਂ ਗੱਲਾਂ ਕਰਦਾ ਹੈ। ਬਾਬਾ ਕਬੀਰ ਸਾਹਿਬ ਇੱਕ ਦਿਨ ਆ ਰਹੇ ਸਨ ਤੇ ਇੱਕ ਮਨੁੱਖ ਉਹ ਜਾ ਰਿਹਾ ਸੀ ਤੇ ਉਹਨੇ ਸੁਭਾਵਕ ਹੀ ਬਾਬਾ ਕਬੀਰ ਜੀ ਨੂੰ ਪੁੱਛ ਲਿਆ ਵੀ ਮੈਂ ਇੱਥੇ ਅਮੀਰਾਂ ਦੇ ਘਰ ਜਾਣਾ ਹੈ, ਜਿੱਥੇ ਅਮੀਰ ਲੋਕ ਰਹਿੰਦੇ ਨੇ। ਹੁਣ ਹਰ ਸ਼ਹਿਰ ਦੇ ਵਿੱਚ ਨਾ ਇੱਕ ਅਮੀਰਾਂ ਦੀ ਵੱਖਰੀ ਕਲੋਨੀ ਸੁਸਾਇਟੀ ਹੁੰਦੀ ਹੈ। ਕਹਿਣ ਲੱਗੇ ਮੈਂ ਅਮੀਰਾਂ ਦੇ ਘਰ ਜਾਣਾ ਹੈ। ਤੇ ਬਾਬਾ ਕਬੀਰ ਜੀ ਦੀ ਹੁਣ ਸੋਚ ਵੱਖਰੀ ਸੀ। ਉਹ ਕਹਿਣ ਲੱਗੇ ਵੀ ਤੂੰ ਤੇ ਗਲਤ ਰਾਹ ਤੁਰਿਆ ਜਾਂਦਾ ਵੀ ਇੱਧਰ ਅੱਗੇ ਤੇ ਕਹਿਣ ਲੱਗੇ ਮੁਰਦੇ ਨੇ, ਇਹਦੇ ਤੇ ਮੁਰਦੇ ਘਰ ਨੇ, ਤੂੰ ਕਿੱਧਰ ਚੱਲਿਆ? ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਐਡਰੈਸ ਤਾਂ ਇੱਥੋਂ ਦਾ ਹੀ ਸੀ, ਪਤਾ ਤੇ ਇੱਥੋਂ ਦਾ ਹੀ ਸੀ, ਜਿੱਧਰ ਜਾ ਤੇ ਮੈਂ ਸਹੀ ਡਾਇਰੈਕਸ਼ਨ 'ਚ ਰਿਹਾ, ਪਰ ਇਹ ਕੀ ਹੋ ਰਿਹਾ? ਪਰ ਫਿਰ ਵੀ ਉਹ ਤੁਰਿਆ ਗਿਆ ਵੀ ਹੋ ਸਕਦਾ ਸ਼ਾਇਦ ਇਹਨਾਂ ਨੂੰ ਗਿਆਨ ਨਾ ਹੋਵੇ।
ਜਦੋਂ ਅੱਗੇ ਗਿਆ, ਜਿੱਥੋਂ ਦਾ ਐਡਰੈਸ ਲਿਖਿਆ ਸੀ ਉਹ ਮਨੁੱਖ ਪਹੁੰਚਿਆ, ਉਹਨਾਂ ਨਾਲ ਜਾ ਕੇ ਮਿਲਿਆ, ਲੋਕਾਂ ਨਾਲ ਜਿਨ੍ਹਾਂ ਨੂੰ ਮਿਲਣ ਵਾਸਤੇ ਚੱਲਿਆ ਸੀ, ਤੇ ਉਹਨਾਂ ਨਾਲ ਉਹਨੇ ਗੱਲ ਸਾਂਝੀ ਕੀਤੀ। ਕਹਿਣ ਲੱਗੇ ਵੀ ਮੈਂ ਬੜਾ ਹੈਰਾਨ ਹੋਇਆ, ਹਾਲਾਂਕਿ ਮੇਰੇ ਕੋਲ ਐਡਰੈਸ ਵੀ ਹੈਗਾ ਸੀ, ਪਰ ਮੈਂ ਸੁਭਾਵਿਕ ਹੀ ਆ ਤੁਹਾਡੇ ਨਗਰ ਦੇ ਇੱਕ ਬੰਦੇ ਨੂੰ ਪੁੱਛ ਬੈਠਾ ਵੀ ਅਮੀਰਾਂ ਦੇ ਘਰ ਜਾਣਾ ਹੈ ਜਿੱਥੇ ਅਮੀਰ ਰਹਿੰਦੇ ਨੇ। ਤੇ ਉਹਨੇ ਅੱਗੋਂ ਆਖਿਆ ਵੀ ਉਧਰ ਤੇ ਵੀ ਮੁਰਦਾ ਘਰ ਹੈ, ਵੀ ਸ਼ਮਸ਼ਾਨ ਨੇ, ਮਸਾਨ ਮੜੀਆਂ ਨੇ, ਤੁਸੀਂ ਕਿੱਧਰ ਚੱਲੇ ਹੋ? ਤੇ ਉਹ ਅੱਗੋਂ ਕਹਿਣ ਲੱਗੇ ਵੀ ਉਹ ਮਨੁੱਖ ਇਸ ਤਰ੍ਹਾਂ ਦਾ ਤਾਂ ਨਹੀਂ ਸੀ। ਕਹਿਣ ਲੱਗਾ ਹਾਂ ਇਸ ਤਰ੍ਹਾਂ ਦੇ। ਕਹਿਣ ਲੱਗੇ ਫਿਰ ਕਬੀਰ ਹੋਣਾ। ਜਿਹੜੀਆਂ ਕਬੀਰ ਸਾਹਿਬ ਦੀਆਂ ਗੱਲਾਂ ਨਾ ਕੁਛ ਹੋਰ ਹੀ ਗੱਲਾਂ ਨੇ, ਉਹ ਆਪਣੀ ਮਰਜ਼ੀ ਮੁਤਾਬਕ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਹਿੰਦੇ ਨੇ। ਇੰਨਾ ਚਿਰ ਨੂੰ ਕਬੀਰ ਸਾਹਿਬ ਕੋਲੋਂ ਲੰਘ ਰਹੇ ਸਨ। ਕਹਿ ਲਗੇ ਆਹ ਤੇ ਨਹੀਂ? ਕਹਿ ਲਗੇ ਹਾਂ ਇਹ ਹੀ ਸੀ। ਉਹਨਾਂ ਕਬੀਰ ਸਾਹਿਬ ਨੂੰ ਆਵਾਜ਼ ਮਾਰ ਲਈ। ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਿਉਂ ਆਖਿਆ? ਕਹਿ ਲਗੇ ਆਖਾਂ ਵੀ ਕਿਉਂ ਨਾ, ਕਿਉਂਕਿ ਇਹਨਾਂ ਘਰਾਂ ਵਿੱਚ ਕਦੀ ਸਿਮਰਨ ਦੀ ਗੱਲ ਨਹੀਂ ਹੋਈ, ਇਹਨਾਂ ਘਰਾਂ ਵਿੱਚ ਕਦੀ ਨਾਮ ਨਹੀਂ ਜਪਿਆ ਗਿਆ, ਇਹਨਾਂ ਘਰਾਂ ਵਿੱਚ ਕਦੀ ਬੰਦਗੀ ਨਹੀਂ ਹੋਈ, ਕਦੀ ਕੋਈ ਰੱਬ ਦੇ ਪਿਆਰੇ ਦੀ ਸੇਵਾ ਨਹੀਂ ਹੋਈ, ਇਹਨਾਂ ਘਰਾਂ ਵਿੱਚ ਕਦੀ ਕਥਾ ਕੀਰਤਨ ਨਹੀਂ ਹੋਇਆ, ਇਹਨਾਂ ਘਰਾਂ ਵਿੱਚ ਰੱਬ ਦੀ ਇਬਾਦਤ ਨਹੀਂ ਹੁੰਦੀ, ਕੋਈ ਰੱਬੀ ਗੁਣਾਂ ਦੀ ਗੱਲ ਨਹੀਂ ਹੁੰਦੀ। ਇਹ ਘਰ ਥੋੜ੍ਹਾ ਨੇ ਤੇ ਮੁਰਦਾ ਘਰ ਨੇ। ਪਰ ਇਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਮਨੁੱਖ ਨਹੀਂ, ਇਹ ਤਾਂ ਭੂਤ ਰਹਿੰਦੇ ਨੇ, ਪ੍ਰੇਤ ਰਹਿੰਦੇ ਨੇ। ਹੁਣ ਬਾਬਾ ਕਬੀਰ ਜੀ ਕਿਸ ਨਜ਼ਰੀਏ ਨਾਲ ਕਹਿ ਰਹੇ, ਸ਼ਾਇਦ ਇਹ ਨਜ਼ਰੀਆ ਮਨੁੱਖ ਦਾ ਬਣ ਜਾਵੇ। ਬਾਬਾ ਕਬੀਰ ਜੀ ਆਖਦੇ ਨੇ ਮਰਨ ਤੋਂ ਬਾਅਦ ਕੌਣ ਭੂਤ ਕੌਣ ਪ੍ਰੇਤ ਬਣਦਾ ਹੈ, ਗੱਲ ਬਾਤ ਦੀ ਹੈ, ਪਰ ਜਿਉਂਦੇ ਜੀ ਜਿਹੜੇ ਭੂਤ ਪ੍ਰੇਤ ਤੁਰੇ ਫਿਰਦੇ ਨੇ ਇਹਨਾਂ ਦਾ ਕੀ ਕਰਨਾ ਹੈ? ਉਹ ਤੇ ਤੁਰਦਾ ਫਿਰਦਾ ਹੀ ਭੂਤ ਹੈ। ਕਬੀਰ ਜਾਂ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ। ਬਾਬਾ ਕਬੀਰ ਜੀ ਨੂੰ ਪੁੱਛੋ। ਬਾਬਾ ਕਬੀਰ ਜੀ ਆਖਦੇ ਨੇ ਵੀ ਜਿਨ੍ਹਾਂ ਘਰਾਂ ਦੇ ਵਿੱਚ ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ, ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਕੋਈ ਸਾਧੂ ਕੋਈ ਭਲਾ ਪੁਰਸ਼ ਉਹ ਘਰ ਵਿੱਚ ਆਉਂਦਾ ਨਹੀਂ, ਉਹ ਘਰ ਕਿਹੋ ਜਿਹਾ ਘਰ ਹੈ? ਕਬੀਰ ਜਾਂ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ। ਕਹਿਣ ਲੱਗੇ ਜਿਨ੍ਹਾਂ ਘਰਾਂ ਵਿੱਚ ਕੋਈ ਸੇਵਾ ਨਹੀਂ, ਸਿਮਰਨ ਨਹੀਂ, ਬੰਦਗੀ ਨਹੀਂ, ਐਸੇ ਘਰ ਕੀ ਨੇ? ਕਹਿਣ ਲੱਗੇ ਇਹੋ ਜਿਹੇ ਘਰ ਅਸਲ ਦੇ ਵਿੱਚ ਸ਼ਮਸ਼ਾਨ ਘਾਟ ਨੇ, ਜਿੱਥੇ ਭੂਤਾਂ ਦੇ ਪ੍ਰੇਤਾਂ ਦਾ ਮਨ ਵਾਸਾ। ਲੋਕ ਕਹਿੰਦੇ ਸਨ, ਬਾਬਾ ਕਬੀਰ ਜੀ ਨਹੀਂ ਮੰਨਦੇ ਇਹਨਾਂ ਚੀਜ਼ਾਂ, ਲੋਕਾਂ ਦਾ ਮੰਨਣਾ ਸੀ ਵੀ ਉੱਥੇ ਸ਼ਾਇਦ ਭੂਤ ਪ੍ਰੇਤ ਰਹਿੰਦੇ ਨੇ। ਕਬੀਰ ਸਾਹਿਬ ਆਖਦੇ ਮੈਂ ਤੇ ਇਹਨਾਂ ਲੋਕਾਂ ਦੇ ਘਰਾਂ 'ਚ ਹੀ ਕਈ ਭੂਤ ਪ੍ਰੇਤ ਤੁਰੇ ਵੇਖਦਾ ਵਾਂ, ਜਿਹੜੇ ਨਾਮ ਹੀ ਨਹੀਂ ਜਪਦੇ, ਸਿਮਰਨ ਹੀ ਨਹੀਂ ਕਰਦੇ, ਬੰਦਗੀ ਨਹੀਂ ਕਰਦੇ। ਅਸਲ ਦੇ ਵਿੱਚ ਇੱਕ ਬਿਰਤੀ ਹੁੰਦੀ ਹੈ, ਪ੍ਰੇਤ ਦੀ ਬਿਰਤੀ ਮਨੁੱਖ ਦੇ ਅੰਦਰ ਹੋ ਸਕਦੀ ਹੈ, ਭੂਤ ਦੀ ਬਿਰਤੀ ਹੋ ਸਕਦੀ ਹੈ। ਕਿਵੇਂ? ਕਿਉਂਕਿ ਜੇ ਉਹਦੇ ਅੰਦਰ ਭਟਕਣਾ ਹੈ, ਲੋਕ ਕਹਿੰਦੇ ਨੇ ਪ੍ਰੇਤ ਵੀ ਭਟਕਦੇ ਰਹਿੰਦੇ ਨੇ ਖਾਲੀ ਘਰਾਂ ਵਿੱਚ। ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਨਾਮ ਤੋਂ ਸਖਣੇ ਨੇ, ਉਹ ਘਰ ਵੀ ਉਹਨਾਂ ਭੂਤਾਂ ਪ੍ਰੇਤਾਂ ਵਾਲੇ ਬੰਗਲੇ ਹੀ ਨੇ। ਫਿਰ ਜਿਨ੍ਹਾਂ ਵਿੱਚ ਨਾਮ ਨਹੀਂ, ਜਿਨ੍ਹਾਂ ਵਿੱਚ ਬੰਦਗੀ ਨਹੀਂ, ਉਹ ਖਾਲੀ ਨੇ। ਔਰ ਖਾਲੀ ਘਰ ਦੇ ਵਿੱਚ ਸ਼ੈਤਾਨ ਹੀ ਹੁੰਦਾ, ਹੋਰ ਕੀ ਹੁੰਦਾ? ਜਿਹੜਾ ਘਰ ਖਾਲੀ ਨਾਮ ਤੋਂ ਸਖਣਾ ਹੈ ਉਹ ਫਿਰ ਸ਼ੈਤਾਨ ਦਾ ਘਰ ਹੈ, ਉੱਥੇ ਸ਼ੈਤਾਨ ਹੀ ਹੋਵੇਗਾ, ਤੇ ਸ਼ੈਤਾਨ ਹੀ ਭੂਤ ਪ੍ਰੇਤ ਹੈ। ਸ਼ੈਤਾਨੀ ਬਿਰਤੀ ਹੀ ਸਭ ਤੋਂ ਵੱਡਾ ਭੂਤ ਤੇ ਪ੍ਰੇਤ। ਇਹ ਚੰਡਾਲ, ਇਹਨੂੰ ਤਾਂ ਬੰਦੇ ਨੇ ਸਵਾਰਿਆ ਨਹੀਂ। ਆ ਬਾਹਰ ਪਤਾ ਨਹੀਂ ਕਿਹੜੇ ਭੂਤਾਂ ਪ੍ਰੇਤਾਂ ਦੇ ਚੱਕਰਾਂ 'ਚ ਪੈ ਕੇ ਤੇ ਜ਼ਿੰਦਗੀ ਦਾ ਸਮਾਂ ਜਾਇਆ ਕਰੀ ਜਾਂਦੇ। ਤੇ ਕਈ ਇਹੋ ਜਿਹੇ ਪਖੰਡੀ ਫਿਰ ਜਿਹੜੇ ਚੰਗੀ ਤਰ੍ਹਾਂ ਵਜਾ ਲੈਂਦੇ, ਮਾਰ ਮਾਰ ਚਿਮਟੇ ਭਾਵੇਂ ਲੱਕ ਭਰਦੇ ਨੇ, ਉਹ ਇਸ ਤਰ੍ਹਾਂ ਹੀ ਕਰਦੇ ਨੇ ਨਾ। ਤੇ ਫਿਰ ਉਹਨੂੰ ਕਹਿਣਗੇ ਤਰੀਕੇ ਦੇ ਨਾਲ, ਬੋਲ ਵੀ ਤੂੰ ਕਿੰਨੇ ਸਮੇਂ ਦਾ ਅੰਦਰ ਆਇਆ, ਹੈ ਨਾ, ਕਿੰਨੇ ਟਾਈਮ ਦਾ ਤੂੰ ਇਹਦੇ ਅੰਦਰ ਰਹਿਣਾ। ਫਿਰ ਅੱਗੋਂ ਹੋਰ ਮੈਂ ਹੈਰਾਨੀ ਹੁੰਦੀ ਹੈ, ਕਦੀ ਅੱਜ ਤੱਕ ਮੈਂ ਨਹੀਂ ਵੇਖਿਆ ਵੀ ਕਦੀ ਕਿਸੇ ਦੇ ਅੰਦਰ ਕੋਈ ਅੰਗਰੇਜ਼ ਭੂਤ ਆਇਆ, ਕਦੀ ਅੰਗਰੇਜ਼ੀ ਬੋਲਦਾ ਹੋਵੇ, ਵੇਖਿਆ ਕਦੀ? ਸਾਡੇ ਦੇਸ਼ ਦੇ ਵਿੱਚ ਜਿੰਨੇ ਮਾਨਸਿਕ ਲੋਕ ਰਹਿੰਦੇ ਆ ਜਾਂ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਆ, ਕਦੀ ਕਿਸੇ ਦੇ ਚੀਨੀ ਭਾਸ਼ਾ ਵਾਲਾ ਕੋਈ ਭੂਤ ਆਇਆ, ਚਾਈਨਾ ਦੀ ਲੈਂਗੁਏਜ ਬੋਲਦਾ ਹੋਵੇ? ਉਹ ਨਹੀਂ ਬੰਦੇ ਮਰਦੇ, ਇੰਡੀਆ ਵੀ ਮਰਦੇ ਆ ਬਸ।
किसी दे अंग्रेज आया होवे अंदर, कोई इटली वालों कोई इधरों को आ गया होवे, कोई अमरीका कनेडा वाला भूत इधर आ गया होवे, कदी नहीं वेख्या। अच्छा पंजाबी के अंदर पंजाबी बोलेगा, मुसलमाना के अंदर मुसलमान वाला ही बोलेगा, हिंदुओं के अंदर बहुते मुसलमान बोलते हैं, वो कहेंगे फलाने का पीर सी ते वो आ गया। पर सच जानियो ये भरम ये भुलेखे जिहड़े ने ये उन्हां लोकां वल्लों पाए गए जिहड़े लोग चाहुंदे ने भी ये कदी भी ज्ञान हासिल ना कर सकन, वो नहीं चाहते भी ये ज्ञानवान होण। और जिहड़ा गुरु का सिख है वो तो इन्हां चीज़ों के उत्ते है। गुरु के सिख नूं तां गुरु ने कह दिता भी जे तेरे कोल नाम नहीं ना, जे तेरे कोल सिमरन सेवा बंदगी नहीं, तो तू आप एक भूत है, आप ही तू प्रेत है। फिर तू दूजे वाल ना कह भी उधर होगा, नहीं तेरे कोल आप है, तू आप जिउंदा जागदा भूत तुरिया फिरदा। छे मरघट सारखे भूत बसै तिन माहे, ये बचन पढ़ियो बाबा कबीर जी का। कबीर जां घर साध न सेविए हर की सेवा नाहे, से मरघट सारखे भूत बसै तिन माहे। बाबा फरीद जी भी इस गल की गवाही भरते हैं। बाबा फरीद जी की कहते हैं, फरीदा बिरहा बिरहा आखिए बिरहा तू सुल्तान, जित तन बिरहो ना उपजै सो तन जान मसान। मसान किनू कहते हैं? मड़िया। तेरा घर तो मड़िया, ये तो शमशान घाट बने। क्यों? शमशान घाट में मुरदे होंगे, तू मुरदियां तो घट नहीं। क्यों? इत्थे रब की इबादत नहीं, रब की बंदगी, रब के घर की गल नहीं, गुरु की गल नहीं। तो फिर वो हिरदा की है? वो हिरदा वहमां ते भरमां नाल भरिया होवेगा। जिथे गुरबाणी गुर उपदेश, जिथे गुरु की मत है, जिथे गुरु का उपदेश है। आ जिहड़ा कलगीधर पातशाह जी ने कड़ा सानू पवाया सी ना, 90% बंदियां नूं नहीं पता होना भी कड़ा क्यों पाया सी। 90 कि 99% नहीं पता होता। पुछ के वेखो भी आ कड़ा क्यों पाया। हम तो हिंदू वीर भी पाई करते, पर इहदा मकसद की सी? असल दे विच इहदे दो कारण सन। एक पहला कारण तो यह सी भी एक कड़ा पा के तू किसी का हक नहीं मारना, क्योंकि बंदा किरत करदा ना, इन्हां हत्थां नाल किरत करदा। जदों तू हाथ विच पैन फड़ के साइन करन लगे तो सोची वे रिश्वत लैण तो पहला। जदों इन्हां हत्थां नाल किसी का वध घट तोलन लगे सोची, क्यों? तेनू आ कड़ा वेख के तेरे गुरु का उपदेश तेनू याद आवे भी मैं अपने गुरु दे इस हुक्म नूं अपने पल्ले नाल बन के चलना है। ते दूसरा इहदा मकसद सी वहमां ते भरमां तो बचा के रखना। कड़े नूं वेख के तेनू याद आवे गुरु का उपदेश भी मेरे गुरु ने आख्या वहमां भरमां ते पखंडां तो दूर रहना है। गुरु मेरे नाल है तो फिर दुनिया का किहड़ा ऐसा भूत है, किहड़ा प्रेत जिहड़ा मैनू आके खत्म कर जाएगा। तो गुरु नाल है तेरे, गुरु अंग संग है, तो फिर किहड़ी ताकत गुरु तो वड्डी ताकत दुनिया में है कि तेनू आके डरावे, तेनू खत्म कर दे। वो भलिया इत्थे ते बंद बंद कटाउण वाले नहीं डरे, इत्थे आरियां दे थल्ले अपने आप को चराउण वाले नहीं डरे। तो तू माड़ी जी किते छा इधरों को दिख जाए तो घबरा जाना, डर जाना, दौड़ जाना भी भूत आ गया, तो प्रेत आ गया। भरम का इलाज केवल तो केवल एक है गुरबाणी ज्ञान। तो जदों गुरबाणी आशे अनुसार जीवन जीवांगे फिर भरम खत्म हो जाएगा। कई बारी कुछ रीतां कुछ रस्मां समाज दे विच जिहड़ियां भरम बन जांदियां, समय की लोड़ हुंदियां ने, पर वो लोड़ बाद दे विच एक रीत बन जाती है। वो रीत बाद विच भरम भुलेखे पैदा करती हुंदी, समय की लोड़ है। जिवें आपां एक दो उदाहरण ले लीए। एक परिवार दे विच रोजाना वो दुध नूं जमाया जाता सी, जाग ला के ना रात नूं। वो घर की जिहड़ी औरत सी वो की करती सी, जदों दुध नूं गर्म करके जाग ला के जमाउणा हुंदा सी ना, तो उन्हें उसकी छोटी जी धी हुंदी सी, उन्हें कहना भी बच्चीए
बिल्ली नूं टोकरी दे थल्ले दे दे भी दुध जमाना है, दुध नूं जाग लानी। उन्हें बच्ची ने करना, बिल्ली नूं फड़ के ना टोकरी दे थल्ले दे देना, उन्हें जाग लानी, सवेरे दुध जम जाना, दही बन जाना। हुण उन्हें रोज़ ही इस तरह करना, बच्ची ने दौड़ के जाना, उन्हें बिल्ली नूं फड़ना, टोकरे थल्ले देना, दुध जमा देना। समा अपनी रफ्तार चलता गया, बच्ची जवान हो गई, उनका विआह होया, वो सहुरे घर गई। हुण उहदी सस ने आख्या भी धीए भी दुध नूं ना जाग लाउणी है, ते अगों बच्ची कह लगी भी माँ बिल्ली कित्थे वे? अगों हैरान होई, कह लगे बिल्ली की की लोड़ है? कह लगी माँ जे बिल्ली होवेगी तो जाग लावांगे ते दुध जमेगा। हुण उहनूं समझ ना आवे, उन्हें फिर पूछया, कह लगी माँ साडे घर दे विच बिल्ली हुंदी सी ते मेरी माँ जदों भी दुध नूं जाग लाउणी, दुध नूं जमाउणा है, वो सब तो पहला मैनूं कहती सी बिल्ली नूं टोकरे थले दे तां दुध जमेगा रात। हुण उहदी सस जिहड़ी सियाणी सी, उहने आख्या धीए असल दे विच दुध नूं जमाउण दे विच बिल्ली दा कोई रोल नहीं, पर वो इस करके टोकरे थले बिल्ली नूं दिता जाता सी भी किते बिल्ली दुध ना पी जाए, वो इस करके टोकरे थले दिता जाता सी। पर उहदे अंदर भरम पैदा हो गया भी शायद बिल्ली होवेगी, टोकरे थले देवांगे तां ही दुध जमेगा। तो इस तरह समय दे नाल कई बारी भरम जिहड़े हन, भुलेखे जिहड़े हन मनुख दे जीवन विच पैदा हो जाते हैं ते मनुख उन्हां भरमां दा शिकार हो जाता है। अज भी असी उस मानसिकता के किते ना किते शिकार हाँ, जिन्हां विचों एक भूत प्रेत करके साया चुड़ेलां ये जिहड़े शब्द साडे समाज दे विच प्रचलित ने, पर यह असल दे विच मानसिकता का कारण ते अज्ञानता अनपढ़ता का कारण है। धन गुरु नानक देव महाराज सच्चे पातशाह जी भी उदों कुछ समा नहीं बोले तो लोगों ने कहना शुरू कर दिता भी शायद सतगुरु नानक देव पातशाह जी को भूत चिंबड़ गया, कोई प्रेत चिंबड़ गया। सो सतगुरु नानक देव महाराज पातशाह जी ने इस गल का भी खुलासा इस अध्याय में किया है भी इहो जी कोई चीज़ नहीं होती। हाँ, केवल मनुख की बिरती ही भूत प्रेत होती है। अगर वो सवर जाए तो यह साध भी बन सकती, संत भी बन सकती है, ये ब्रह्म ज्ञानी भी बन सकती है। तो जे बिरती बिगड़ जाए तो भूत प्रेत की शैतान भी बन सकती, अपना भी नाश करती तो लोगों का भी नाश करती। सो लोड़ है समय की, गुरबाणी नूं समझण दी, विचारण दी ते जीवन दे विच कमाउण दी। होईयां भुलां चुकां दी खिमा। वाहिगुरू जी का खालसा, वाहिगुरू जी की फतेह।